ਪੰਜਾਬੀ ਵਿਆਕਰਨ ਨਾਲ ਸੰਬੰਧਿਤ ਇਸ ਵੀਡੀਓ ਵਿੱਚ ਅਸੀਂ ਵਿਸਰਾਮ ਚਿੰਨ੍ਹਾਂ ਬਾਰੇ ਗੱਲ ਕਰਾਂਗੇ। ਆਓ ਅਸੀਂ ਆਪਣੀ ਗੱਲਬਾਤ ਇਸ ਦੀ ਪਰਿਭਾਸ਼ਾ ਤੋਂ ਸ਼ੁਰੂ ਕਰਦੇ ਹਾਂ। ਵਿਸਰਾਮ ਚਿੰਨ੍ਹ। ਵਿਸਰਾਮ ਦਾ ਅਰਥ ਹੈ ਠਹਿਰਾਓ, ਅਟਕਾਓ, ਰੁਕਣਾ ਜਾਂ ਆਰਾਮ। ਚਿੰਨ੍ਹ ਦਾ ਅਰਥ ਹੈ ਨਿਸ਼ਾਨ। ਵਿਸਰਾਮ ਚਿੰਨ੍ਹ ਦਾ ਅਰਥ ਹੈ ਠਹਿਰਾਓ ਨੂੰ ਪ੍ਰਗਟ ਕਰਨ ਵਾਲੇ ਚਿੰਨ੍ਹ, ਭਾਵ ਲਿਖਤ ਵਿੱਚ ਠਹਿਰਾਓ ਨੂੰ ਪ੍ਰਗਟ ਕਰਨ ਵਾਲੇ ਚਿੰਨ੍ਹਾਂ ਨੂੰ ਵਿਸਰਾਮ ਚਿੰਨ੍ਹ ਆਖਦੇ ਹਨ। ਸੋ ਵਿਸਰਾਮ ਦਾ ਅਰਥ ਹੁੰਦਾ ਹੈ ਆਰਾਮ ਕਰਨਾ, ਰੁਕਣਾ, ਅਟਕਣਾ ਜਾਂ ਠਹਿਰਾਓ, ਤੇ ਚਿੰਨ੍ਹ ਦਾ ਅਰਥ ਹੁੰਦਾ ਹੈ ਨਿਸ਼ਾਨ, ਭਾਵ ਲਿਖਤ ਦੇ ਵਿੱਚ ਠਹਿਰਾਓ ਨੂੰ ਪ੍ਰਗਟ ਕਰਨ ਲਈ, ਭਾਵ ਇਹਨਾਂ ਨੂੰ ਪ੍ਰਗਟ ਕਰਨ ਲਈ ਜਿਹੜੇ ਚਿੰਨ੍ਹ ਵਰਤੇ ਜਾਂਦੇ ਹਨ, ਉਹਨਾਂ ਚਿੰਨ੍ਹਾਂ ਨੂੰ ਹੀ ਅਸੀਂ ਵਿਸਰਾਮ ਚਿੰਨ੍ਹ ਆਖਦੇ ਹਾਂ। ਅੱਗੇ ਹੈ ਵਿਸਰਾਮ ਚਿੰਨ੍ਹਾਂ ਦੀ ਮਹੱਤਤਾ। ਜਿਸ ਸਮੇਂ ਅਸੀਂ ਆਪਣੇ ਵਿਚਾਰਾਂ ਨੂੰ ਜਾਂ ਮਨ ਦੇ ਭਾਵਾਂ ਨੂੰ ਬੋਲ ਕੇ ਪ੍ਰਗਟ ਕਰਦੇ ਹਾਂ, ਅਸੀਂ ਕਿਤੇ-ਕਿਤੇ ਥੋੜ੍ਹਾ ਜਾਂ ਬਹੁਤ ਰੁਕਦੇ ਹਾਂ। ਅਸੀਂ ਸਹਿਜ ਰੂਪ 'ਚ ਹੀ ਆਪਣੇ ਉਚਾਰਨ ਦਾ ਲਹਿਜ਼ਾ ਵੀ ਬਦਲ ਲੈਂਦੇ ਹਾਂ। ਇਸ ਤਰ੍ਹਾਂ ਸਾਡੇ ਵਿਚਾਰ ਪੂਰਨ ਰੂਪ ਵਿੱਚ ਦੂਜਿਆਂ ਤੱਕ ਪਹੁੰਚਦੇ ਹਨ। ਲਿਖਤ ਵਿੱਚ ਅਜਿਹੇ ਪ੍ਰਭਾਵਾਂ ਦੀ ਵਰਤੋਂ ਨੂੰ ਪ੍ਰਗਟਾਉਣ ਲਈ ਕਈ ਤਰ੍ਹਾਂ ਦੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਚਿੰਨ੍ਹਾਂ ਦੀ ਵਿਸ਼ੇਸ਼ ਮਹੱਤਤਾ ਹੈ। ਸੋ ਜਦੋਂ ਅਸੀਂ ਆਪਣੇ ਮਨ ਦੇ ਵਿਚਾਰਾਂ ਜਾਂ ਭਾਵਾਂ ਨੂੰ ਬੋਲ ਕੇ ਪ੍ਰਗਟ ਕਰ ਰਹੇ ਹਾਂ, ਤਾਂ ਸੁਣਨ ਵਾਲਾ ਸਾਡੇ ਲਹਿਜ਼ੇ ਤੋਂ, ਸਾਡੇ ਬੋਲਣ ਦੇ ਢੰਗ ਤੋਂ ਸਮਝ ਰਿਹਾ ਹੈ ਅਤੇ ਸਾਡੇ ਵਿਚਾਰਾਂ ਜਾਂ ਭਾਵਾਂ ਨੂੰ ਹੂਬਹੂ ਗ੍ਰਹਿਣ ਕਰ ਰਿਹਾ ਹੈ। ਪਰ ਜਦੋਂ ਅਸੀਂ ਉਹਨਾਂ ਨੂੰ ਲਿਖਤ ਰੂਪ ਦੇ ਰਹੇ ਹਾਂ, ਤਾਂ ਪੜ੍ਹਨ ਵਾਲੇ ਦੇ ਸਾਹਮਣੇ ਲਿਖਣ ਵਾਲਾ ਜਾਂ ਬੋਲਣ ਵਾਲਾ ਨਹੀਂ ਖੜਾ, ਅਤੇ ਨਾ ਹੀ ਲਿਖਣ ਵਾਲੇ ਦੇ ਸਾਹਮਣੇ ਸੁਣਨ ਵਾਲਾ ਜਾਂ ਪੜ੍ਹਨ ਵਾਲਾ ਖੜਾ ਹੈ। ਸੋ ਉਸ ਸਮੇਂ ਉਹਨਾਂ ਵਿਚਾਰਾਂ ਨੂੰ ਹੂਬਹੂ ਰੂਪ ਦੇ ਵਿੱਚ ਪਹੁੰਚਾਉਣ ਦੇ ਵਿੱਚ ਇਹ ਵਿਸਰਾਮ ਚਿੰਨ੍ਹ ਹੀ ਮਦਦਗਾਰ ਹੁੰਦੇ ਹਨ। ਇਹਨਾਂ ਦੇ ਰਾਹੀਂ ਹੀ ਸਾਡੇ ਜੋ ਭਾਵ ਹਨ, ਉਹ ਦੂਜਿਆਂ ਤੱਕ ਸਹੀ ਰੂਪ ਦੇ ਵਿੱਚ ਪਹੁੰਚਦੇ ਹਨ। ਵਿਸਰਾਮ ਚਿੰਨ੍ਹਾਂ ਦੀ ਗਲਤ ਵਰਤੋਂ ਨਾਲ ਅਰਥਾਂ ਵਿੱਚ ਫਰਕ ਪੈ ਜਾਂਦਾ ਹੈ। ਕਿਵੇਂ ਪੈਂਦਾ ਹੈ, ਆਓ ਵੇਖਦੇ ਹਾਂ। ਹੁਣ ਪਹਿਲਾ ਵਾਕ ਹੈ ਚੋਰ ਚੋਰ ਫੜੋ ਨਾ। ਇੱਥੇ ਅਸੀਂ ਕੌਮਾ ਲਗਾਇਆ ਹੈ, ਜਾਣ ਦਿਓ, ਕਿਉਂਕਿ ਅਸੀਂ ਇੱਥੇ ਰੁਕ ਰਹੇ ਹਾਂ ਕਿ ਚੋਰ ਚੋਰ ਫੜੋ ਨਾ, ਜਾਣ ਦਿਓ। ਅਸੀਂ ਕਿਸੇ ਨੂੰ ਕਹਿ ਰਹੇ ਹਾਂ ਕਿ ਇਸ ਚੋਰ ਨੂੰ ਨਾ ਫੜੋ, ਜਾਣ ਦਿਓ। ਅਗਲਾ ਜੋ ਵਾਕ ਹੈ, ਕਿਉਂਕਿ ਅਸੀਂ ਇੱਥੇ ਰੁਕ ਰਹੇ ਹਾਂ ਤਾਂ ਸਾਡੇ ਅਰਥ ਹੋਰ ਹਨ। ਅਗਲੇ ਵਾਕ ਦੇ ਵਿੱਚ ਚੋਰ ਚੋਰ ਫੜੋ, ਨਾ ਜਾਣ ਦਿਓ, ਅਸੀਂ ਫੜੋ ਤੋਂ ਬਾਅਦ ਰੁਕ ਰਹੇ ਹਾਂ, ਤਾਂ ਜੋ ਵਾਕ ਦੇ ਅਰਥ ਹਨ ਉਹ ਬਿਲਕੁਲ ਹੀ ਹੋਰ ਹੋ ਗਏ ਹਨ। ਪਹਿਲੇ ਦੇ ਵਿੱਚ ਇਹ ਹੈ ਕਿ ਚੋਰ ਨੂੰ ਫੜਨਾ ਨਹੀਂ ਹੈ, ਦੂਸਰੇ ਵਾਕ ਅਨੁਸਾਰ ਚੋਰ ਨੂੰ ਫੜਨਾ ਹੈ, ਜਾਣ ਨਹੀਂ ਦੇਣਾ ਹੈ। ਅਗਲੀ ਉਦਾਹਰਨ ਨਾਲ ਸਮਝਦੇ ਹਾਂ। ਪਹਿਲਾ ਹੈ ਸਧਾਰਨ ਵਾਕ, ਮੈਂ ਤੇਰੇ ਲਈ ਪਾਣੀ ਲਿਆਵਾਂ। ਦੂਜਾ, ਮੈਂ ਤੇਰੇ ਲਈ ਪਾਣੀ ਲਿਆਵਾਂ। ਤੀਜਾ ਹੈ, ਮੈਂ ਤੇਰੇ ਲਈ ਪਾਣੀ ਲਿਆਵਾਂ। ਸੋ ਇਹ ਜੋ ਵਾਕ ਹਨ, ਇਹਨਾਂ ਦੇ ਵਿੱਚ ਇੱਥੋਂ ਲੈ ਕੇ ਇੱਥੋਂ ਤੱਕ ਜੋ ਸ਼ਬਦ ਹਨ ਬਿਲਕੁਲ ਇੱਕੋ ਤਰ੍ਹਾਂ ਦੇ ਹਨ, ਪਰ ਇੱਥੇ ਵਿਸਰਾਮ ਚਿੰਨ੍ਹ ਜੋ ਸਾਨੂੰ ਹਨ ਉਹ ਦੱਸ ਰਹੇ ਹਨ ਕਿ ਵਾਕ
'ਚ ਬੋਲਣ ਵਾਲੇ ਦਾ ਲਹਿਜ਼ਾ ਕੀ ਹੋਏਗਾ ਜਾਂ ਕੀ ਹੈ ਜਾਂ ਕੀ ਹੋ ਸਕਦਾ ਹੈ। ਸੋ ਇਹ ਚੀਜ਼ਾਂ ਦੱਸ ਰਹੀਆਂ ਹਨ, ਇਹ ਸਾਨੂੰ ਵਿਸਰਾਮ ਚਿੰਨ੍ਹ ਦੱਸ ਰਹੇ ਹਨ। ਵਿਸਰਾਮ ਚਿੰਨ੍ਹ ਪੰਜਾਬੀ ਵਿੱਚ ਅੱਗੇ ਲਿਖੇ ਵਿਸਰਾਮ ਚਿੰਨ੍ਹ ਵਰਤੇ ਜਾਂਦੇ ਹਨ। ਹੁਣ ਵਿਸਰਾਮ ਚਿੰਨ੍ਹਾਂ ਦੀ ਕਿਸਮਾਂ ਬਾਰੇ ਗੱਲ ਕਰਾਂਗੇ। ਪਹਿਲਾ ਵਿਸਰਾਮ ਚਿੰਨ੍ਹ ਹੈ ਡੰਡੀ ਜਾਂ ਪੂਰਨ ਵਿਰਾਮ। ਇਹ ਇਸ ਦਾ ਚਿੰਨ੍ਹ ਹੈ। ਨਾਲ ਇਹਨਾਂ ਦੇ ਜੋ ਨਾਮ ਹਨ ਉਹ ਅੰਗਰੇਜ਼ੀ ਵਿੱਚ ਵੀ ਦਿੱਤੇ ਗਏ ਹਨ ਤਾਂ ਕਿ ਤੁਹਾਨੂੰ ਪੂਰਨ ਰੂਪ ਦੇ ਵਿੱਚ ਸਮਝ ਆ ਜਾਏ। ਕਾਮਾ, ਇਹ ਇਸ ਦਾ ਚਿੰਨ੍ਹ ਹੈ। ਫਿਰ ਹੈ ਬਿੰਦੀ ਕਾਮਾ ਜਾਂ ਅਰਧ ਵਿਰਾਮ, ਇਸ ਦਾ ਚਿੰਨ੍ਹ ਇਹ ਹੈ। ਫਿਰ ਵਿਸਮਿਕ ਚਿੰਨ੍ਹ, ਜਿਸ ਦਾ ਚਿੰਨ੍ਹ ਇਹ ਹੈ। ਅੱਗੇ ਦੁਬਿੰਦੀ, ਦੁਬਿੰਦੀ ਦਾ ਚਿੰਨ੍ਹ ਇਹ ਹੈ। ਦੁਬਿੰਦੀ ਡੈਸ਼, ਦੁਬਿੰਦੀ ਡੈਸ਼ ਦਾ ਚਿੰਨ੍ਹ ਇਹ ਹੈ। ਅੱਗੇ ਪ੍ਰਸ਼ਨ ਚਿੰਨ੍ਹ, ਇਹ ਪ੍ਰਸ਼ਨ ਚਿੰਨ੍ਹ ਹੈ। ਡੈਸ਼, ਇਹ ਡੈਸ਼ ਹੈ। ਪੁੱਠੇ ਕਾਮੇ, ਇਹ ਪੁੱਠੇ ਕਾਮੇ ਹਨ। ਜੋੜਨੀ, ਇਹ ਜੋੜਨੀ ਹੈ। ਜੋੜਨੀ ਤੇ ਡੈਸ਼ ਵੇਖਣ 'ਚ ਇੱਕੋ ਤਰ੍ਹਾਂ ਲੱਗਦੇ ਹਨ, ਪਰ ਇਹਨਾਂ 'ਚ ਫਰਕ ਹੈ, ਉਹ ਅਸੀਂ ਅੱਗੇ ਸਮਝਾਂਗੇ। ਅੱਗੇ ਬ੍ਰੈਕਟ, ਇਹ ਬ੍ਰੈਕਟ ਦੇ ਚਿੰਨ੍ਹ ਹਨ। ਫਿਰ ਛੁੱਟ ਮਰੋੜੀ, ਜਿਸ ਦਾ ਚਿੰਨ੍ਹ ਇਹ ਹੈ। ਅਤੇ ਫਿਰ ਬਿੰਦੀ, ਬਿੰਦੀ ਦਾ ਚਿੰਨ੍ਹ ਇਹ ਹੈ। ਆਓ ਹੁਣ ਇਹਨਾਂ ਬਾਰੇ ਵਿਸਥਾਰ ਵਿੱਚ ਸਮਝਦੇ ਹਾਂ। ਡੰਡੀ ਜਾਂ ਪੂਰਨ ਵਿਰਾਮ। ਡੰਡੀ ਦੀ ਵਰਤੋਂ ਵਾਕ ਦੇ ਖਤਮ ਹੋਣ 'ਤੇ ਪੂਰਨ ਵਿਸਰਾਮ ਤੇ ਠਹਿਰਾਓ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ। ਇਸ ਨੂੰ ਸਧਾਰਨ ਵਾਕ ਦੇ ਅੰਤ ਵਿੱਚ ਲਾਇਆ ਜਾਂਦਾ ਹੈ। ਜਿਵੇਂ ਇੱਥੇ ਲੱਗੀ ਹੈ, ਇੱਥੇ ਸਾਡੀ ਗੱਲ ਜੋ ਹੈ, ਇੱਕ ਜੋ ਗੱਲ ਹੈ ਉਹ ਪੂਰਨ ਰੂਪ ਵਿੱਚ ਖਤਮ ਹੋ ਗਈ। ਸੋ ਜਿੱਥੇ ਵਾਕ ਦੇ ਅੰਤ ਦੇ ਵਿੱਚ ਇੱਕ ਗੱਲ ਖਤਮ ਹੋ ਰਹੀ ਹੈ, ਵਾਕ ਖਤਮ ਹੋ ਰਿਹਾ ਹੈ, ਉੱਥੇ ਡੰਡੀ ਲੱਗਦੀ ਹੈ। ਜਿਵੇਂ ਇੱਥੇ ਲੱਗੀ ਹੋਈ ਹੈ, ਇਹ ਇੱਥੇ ਲੱਗੀ ਹੋਈ ਹੈ। ਪ੍ਰਸ਼ਨਵਾਚਕ ਜਾਂ ਵਿਸਮਿਕ ਵਾਕਾਂ ਨੂੰ ਛੱਡ ਕੇ ਹਰ ਪ੍ਰਕਾਰ ਦੇ ਵਾਕ ਦੇ ਅੰਤ ਵਿੱਚ ਡੰਡੀ ਲੱਗਦੀ ਹੈ। ਅਸੀਂ ਧਿਆਨ ਰੱਖਣਾ ਹੈ ਕਿ ਪ੍ਰਸ਼ਨਵਾਚਕ ਜਾਂ ਵਿਸਮਿਕ ਵਾਚਕ ਵਾਕਾਂ ਨੂੰ ਛੱਡ ਕੇ ਹਰ ਪ੍ਰਕਾਰ ਦਾ ਜੋ ਵਾਕ ਹੈ ਉਸ ਦੇ ਅੰਤ ਦੇ ਵਿੱਚ ਡੰਡੀ ਹੀ ਲੱਗੇਗੀ। ਜਿਵੇਂ ਇਸ ਦੀ ਉਦਾਹਰਨ ਵੇਖਦੇ ਹਾਂ। ਕੋਠੀ ਦੇ ਬਾਹਰ ਮੰਜੀ 'ਤੇ ਦਾਦੀ ਜੀ ਬੈਠੇ ਸਨ। ਹੁਣ ਇੱਥੇ ਵਾਕ ਜੋ ਹੈ ਉਹ ਖਤਮ ਹੋ ਗਿਆ, ਇਹ ਵਾਕ ਦਾ ਅੰਤ ਹੈ। ਸੋ ਇੱਥੇ ਡੰਡੀ ਲੱਗ ਗਈ। ਸੋ ਇਸ ਤਰ੍ਹਾਂ ਡੰਡੀ ਦੀ ਵਰਤੋਂ ਹੁੰਦੀ ਹੈ। ਹੁਣ ਅਗਲੇ ਵਿਸਰਾਮ ਚਿੰਨ੍ਹ ਵੱਲ ਵਧਦੇ ਹਾਂ, ਉਹ ਹੈ ਕਾਮਾ। ਕਾਮੇ ਦੀ ਵਰਤੋਂ ਵਾਕ ਵਿੱਚ ਥੋੜ੍ਹਾ ਜਿਹਾ ਅਟਕਾ ਕਰਨ ਲਈ ਕੀਤੀ ਜਾਂਦੀ ਹੈ। ਸੋ ਡੰਡੀ ਦੀ ਵਰਤੋਂ ਜੋ ਹੈ ਉਹ ਵਾਕ ਦੇ ਅੰਤ ਦੇ ਵਿੱਚ, ਜਿੱਥੇ ਵਾਕ ਖਤਮ ਹੋ ਰਿਹਾ ਹੈ ਉੱਥੇ ਹੋ ਰਹੀ ਹੈ। ਕਾਮਾ ਕਿੱਥੇ ਲੱਗ ਰਿਹਾ ਹੈ? ਵਾਕ ਦੇ ਵਿੱਚ ਹੀ ਥੋੜ੍ਹੇ ਜਿਹੇ ਅਟਕਾ ਲਈ। ਡੰਡੀ ਪੂਰਨ ਅਟਕਾ ਲਈ ਹੈ ਤੇ ਕਾਮਾ ਥੋੜ੍ਹੇ ਅਟਕਾ ਲਈ। ਜਿਵੇਂ ਰਾਜਨ, ਅਮਨ, ਪ੍ਰੀਤ ਅਤੇ ਯੁਵਰਾਜ ਸੁਖਨਾ ਲੇਕ 'ਤੇ ਘੁੰਮਣ ਗਏ। ਸੋ ਹੁਣ ਇੱਥੇ ਜੋ ਹੈ ਉਹ ਅਟਕਾਓ ਥੋੜ੍ਹਾ ਹੈ, ਕਾਮਾ ਲੱਗ ਗਿਆ ਤੇ ਇੱਥੇ ਸਾਡੀ ਗੱਲ ਪੂਰੀ ਹੋ ਗਈ, ਵਾਕ ਪੂਰਾ ਹੋ ਗਿਆ ਤੇ ਇੱਥੇ ਡੰਡੀ ਲੱਗ ਗਈ। ਸੋ ਡੰਡੀ ਤੇ ਕਾਮੇ ਦੇ ਵਿੱਚ ਇੰਨਾ ਹੀ ਫਰਕ ਹੈ। ਅੱਗੇ ਬਿੰਦੀ ਕਾਮਾ ਜਾਂ ਅਰਧ ਵਿਰਾਮ। ਇਸ ਦੀ ਵਰਤੋਂ ਜ਼ਿਆਦਾ ਨਹੀਂ ਹੁੰਦੀ। ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਦੀ ਬਹੁਤੀ ਜ਼ਿਆਦਾ ਵਰਤੋਂ ਨਹੀਂ ਹੁੰਦੀ। ਆਮ ਹਾਲਤਾਂ ਵਿੱਚ ਇੱਕੋ ਵਾਕ ਵਿੱਚ ਜਦੋਂ ਕਾਮਾ ਨਾਲੋਂ ਵੱਧ
ਅਤੇ ਡੰਡੀ ਨਾਲੋਂ ਘੱਟ ਵਿਸਰਾਮ ਦੇਣਾ ਹੋਵੇ। ਹੁਣ ਪਿੱਛੇ ਅਸੀਂ ਵੇਖਿਆ ਹੈ ਕਿ ਡੰਡੀ ਉੱਥੇ ਲੱਗਦੀ ਹੈ ਜਿੱਥੇ ਅਸੀਂ ਪੂਰਨ ਵਿਰਾਮ ਦੇ ਰਹੇ ਹਾਂ, ਪੂਰਾ ਰੁਕ ਰਹੇ ਹਾਂ, ਵਾਕ ਸਾਡਾ ਖਤਮ ਹੋ ਗਿਆ। ਤੇ ਕਾਮਾ ਉੱਥੇ ਲੱਗ ਰਿਹਾ ਜਿੱਥੇ ਥੋੜਾ ਜਿਹਾ ਰੁਕ ਰਹੇ ਹਾਂ। ਤੇ ਬਿੰਦੀ ਕਾਮਾ ਉੱਥੇ ਲੱਗ ਰਹੀ ਹੈ ਜਿੱਥੇ ਅਸੀਂ ਰੁਕ ਤਾਂ ਰਹੇ ਹਾਂ ਪਰ ਕਾਮਾ ਨਾਲੋਂ ਵੱਧ ਅਤੇ ਡੰਡੀ ਨਾਲੋਂ ਘੱਟ ਵਿਸਰਾਮ ਦੇ ਰਹੇ ਹਾਂ। ਉੱਥੇ ਕੀ ਹੈ? ਬਿੰਦੀ ਕਾਮੇ ਦੀ ਵਰਤੋਂ ਹੁੰਦੀ ਹੈ। ਇਸ ਦੀ ਵਰਤੋਂ ਅੱਗੇ ਦੱਸੀਆਂ ਥਾਵਾਂ ਤੇ ਕੀਤੀ ਜਾਂਦੀ ਹੈ। ਹੁਣ ਇਸ ਦੀ ਵਰਤੋਂ ਕਿੱਥੇ ਕਿੱਥੇ ਹੁੰਦੀ ਹੈ, ਆਓ ਵੇਖਦੇ ਹਾਂ। ਜਦੋਂ ਕਿਸੇ ਵੱਡੇ ਵਾਕ ਵਿੱਚ ਅਜਿਹੇ ਉਪਵਾਕ ਹੋਣ ਜਿਹੜੇ ਹੋਣ ਵੀ ਪੂਰੇ ਪਰ ਇੱਕ ਦੂਜੇ ਨਾਲ ਸੰਬੰਧ ਵੀ ਰੱਖਣ, ਤਾਂ ਉਹਨਾਂ ਨੂੰ ਨਿਖੇੜਨ ਲਈ ਇਹ ਚਿੰਨ੍ਹ ਵਰਤਿਆ ਜਾਂਦਾ ਹੈ। ਹਾਂ, ਵਾਕ ਦੇ ਅੰਦਰ ਹੀ ਉਪਵਾਕ ਹੈ ਜੋ ਆਪਣੇ ਆਪ ਦੇ ਵਿੱਚ ਸੰਪੂਰਨ ਵੀ ਹੈ ਪਰ ਇੱਕ ਦੂਸਰੇ ਨਾਲ ਸੰਬੰਧਿਤ ਵੀ ਹੈ। ਜਿਵੇਂ ਰੋਟੀ ਪੱਕ ਗਈ ਹੈ, ਇੱਥੇ ਬਿੰਦੀ ਕਾਮਾ ਲੱਗੇ। ਸਬਜ਼ੀ ਤਿਆਰ ਹੈ, ਫਿਰ ਬਿੰਦੀ ਕਾਮਾ। ਮਹਿਮਾਨਾਂ ਦੇ ਬੈਠਣ ਦੀ ਦੇਰ ਹੈ। ਸੋ ਉਪਵਾਕ ਆਪਣੇ ਆਪ 'ਚ ਸੰਪੂਰਨ ਵੀ ਹੈ ਪਰ ਪੂਰੇ ਵਾਕ ਨਾਲ ਉਸ ਦਾ ਸੰਬੰਧ ਵੀ ਹੈ। ਜਦੋਂ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਨ ਦੇਣੀ ਹੋਵੇ ਤਾਂ ਸ਼ਬਦ ਜਿਵੇਂ ਜਾਂ ਜਿਹਾ ਕਿ ਆਦਿ ਤੋਂ ਪਹਿਲਾਂ ਇਹ ਚਿੰਨ੍ਹ ਵਰਤਿਆ ਜਾਂਦਾ ਹੈ। ਜਿਵੇਂ ਜਿਹੜੇ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਣ ਉਹਨਾਂ ਨੂੰ ਪੜਨਾਮ ਆਖਦੇ ਹਨ। ਜਿਵੇਂ ਉਹ, ਤੂੰ, ਤੁਸੀਂ ਆਦਿ। ਸੋ ਕਿਸੇ ਗੱਲ ਨੂੰ ਸਮਝਾਉਣ ਦੇ ਲਈ ਜਿਵੇਂ ਜਾਂ ਜਿਹਾ ਕਿ ਅਜਿਹੇ ਸ਼ਬਦਾਂ ਤੋਂ ਪਹਿਲਾਂ, ਜਿਵੇਂ ਇੱਥੇ ਲੱਗਿਆ ਹੋਇਆ ਹੈ, ਇਹ ਚਿੰਨ੍ਹ ਲੱਗਦਾ ਹੈ। ਅੱਗੇ ਹੈ ਵਿਸਮਿਕ ਚਿੰਨ੍ਹ। ਖੁਸ਼ੀ, ਗਮੀ, ਭੈ, ਹੈਰਾਨੀ, ਪ੍ਰਸ਼ੰਸਾ ਆਦਿ ਭਾਵਾਂ ਦੇ ਪ੍ਰਗਟਾਵੇ ਲਈ ਸਾਡੇ ਮੂੰਹੋਂ ਸੁਭਾਵਕ ਹੀ ਨਿਕਲਿਆ ਸ਼ਬਦ ਵਿਸਮਿਕ ਅਖਵਾਉਂਦਾ ਹੈ। ਭਾਵ ਵਿਸਮਿਕ ਉਹ ਸ਼ਬਦ ਹਨ ਜਿਹੜੇ ਕਿਸੇ ਨੂੰ ਬੁਲਾਉਣ ਜਾਂ ਮਨ ਦੀ ਖੁਸ਼ੀ, ਗਮੀ ਜਾਂ ਹੈਰਾਨੀ ਦੇ ਭਾਵਾਂ ਨੂੰ ਪ੍ਰਗਟ ਕਰਨ। ਅਜਿਹੇ ਭਾਵਾਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਸਮੇਂ ਅਜਿਹੇ ਸ਼ਬਦਾਂ ਦੇ ਨਾਲ ਵਿਸਮਿਕ ਚਿੰਨ੍ਹ ਲਗਾਇਆ ਜਾਂਦਾ ਹੈ। ਸੋ ਜਦੋਂ ਖੁਸ਼ੀ, ਗਮੀ, ਹੈਰਾਨੀ, ਪ੍ਰਸ਼ੰਸਾ ਆਦਿ ਦੇ ਭਾਵ ਸਾਡੇ ਮੂੰਹੋਂ ਸੁਭਾਵਕ ਹੀ ਨਿਕਲ ਰਹੇ ਹਨ ਤਾਂ ਉਹਨਾਂ ਸ਼ਬਦਾਂ ਨੂੰ ਅਸੀਂ ਵਿਸਮਿਕ ਆਖਦੇ ਹਾਂ। ਤਾਂ ਅਜਿਹੇ ਜੋ ਸ਼ਬਦ ਹਨ ਉਹਨਾਂ ਨੂੰ ਲਿਖਿਤ ਰੂਪ ਦੇ ਵਿੱਚ ਅੰਕਿਤ ਕਰਨ ਸਮੇਂ ਉਹਨਾਂ ਦੇ ਨਾਲ ਵਿਸਮਿਕ ਚਿੰਨ੍ਹ ਲਗਾਇਆ ਜਾਂਦਾ ਹੈ। ਹੁਣ ਵਿਸਮਿਕ ਚਿੰਨ੍ਹ ਲੱਗਦਾ ਕਿੱਥੇ ਹੈ? ਇਹ ਤਾਂ ਅਸੀਂ ਵੇਖ ਲਿਆ ਕਿ ਸ਼ਬਦ ਤੋਂ ਬਾਅਦ ਲੱਗਦਾ ਹੈ। ਇਸ ਤੋਂ ਇਲਾਵਾ ਹੋਰ ਵਿਸਥਾਰ 'ਚ ਸਮਝਦੇ ਹਾਂ। ਖੁਸ਼ੀ, ਗਮੀ, ਹੈਰਾਨੀ, ਭੈ, ਪ੍ਰਸ਼ੰਸਾ ਆਦਿ ਭਾਵ ਪ੍ਰਗਟ ਕਰਨ ਵਾਲੇ ਸ਼ਬਦ ਵਾਕੰਸ਼ ਜਾਂ ਵਾਕ ਤੋਂ ਬਾਅਦ ਲੱਗਦਾ ਹੈ। ਸੋ ਸ਼ਬਦ ਵਾਕੰਸ਼ ਜਾਂ ਵਾਕ ਤੋਂ ਬਾਅਦ ਵਿਸਮਿਕ ਚਿੰਨ੍ਹ ਲੱਗਦਾ ਹੈ। ਜਿਵੇਂ ਮੰਮੀ ਵੀਰਾ ਆ ਗਿਆ ਏ ਖੁਸ਼ੀ 'ਚ, ਤੇ ਹੁਣ ਇਹ ਸਧਾਰਨ ਢੰਗ ਨਾਲ ਬੋਲਿਆ ਗਿਆ, ਮੰਮੀ ਵੀਰਾ ਆ ਗਿਆ ਹੈ, ਵਿਸਮਿਕ ਚਿੰਨ੍ਹ। ਇਹ ਬਿਲਕੁਲ ਖੁਸ਼ੀ ਦਾ ਪ੍ਰਗਟਾਵਾ ਹੈ। ਹਾਏ ਇਹ ਕੀ ਭਾਣਾ ਵਰਤ ਗਿਆ ਹੈ, ਇਹ ਗਮੀ ਦਾ ਪ੍ਰਗਟਾਵਾ ਹੈ। ਇੱਕ ਵਿਸਮਿਕ ਚਿੰਨ੍ਹ ਇੱਥੇ ਲੱਗਿਆ, ਇੱਕ ਇੱਥੇ ਲੱਗਿਆ ਵਾਕ ਤੋਂ ਬਾਅਦ। ਹੈਂ ਇਸਤਰੀ ਨੇ ਡਾਕੂ ਮਾਰ ਕੇ ਭਜਾ ਦਿੱਤੇ, ਹੈਰਾਨੀ ਭਰਿਆ ਵਾਕ ਹੈ। ਇੱਕ ਵਿਸਮਿਕ ਇੱਥੇ ਆਇਆ, ਇੱਕ ਵਾਕ ਤੋਂ ਬਾਅਦ ਆਇਆ। ਬਈ ਵਾਹ ਤੁਸੀਂ ਤਾਂ ਕਮਾਲ ਕਰ ਦਿੱਤਾ ਮੁੰਡਿਓ। ਸੋ ਇਹ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇੱਕ ਵਿਸਮਿਕ ਚਿੰਨ੍ਹ ਇੱਥੇ ਆਇਆ, ਇੱਕ ਇੱਥੇ ਆ ਗਿਆ।
ਹੁਣ ਕਈ ਵਾਰ ਅਤ ਤੀਬਰ ਭਾਵ ਜਾਂ ਜਜ਼ਬੇ ਦੇ ਪ੍ਰਗਟਾ ਲਈ ਵਰਤੇ ਸ਼ਬਦ ਵਾਕੰਸ਼ ਜਾਂ ਵਾਕ ਤੋਂ ਪਿੱਛੋਂ ਵਿਸਮਿਕ ਚਿੰਨ੍ਹ 2 ਜਾਂ 3 ਵਾਰੀ ਵੀ ਲਗਾਇਆ ਜਾਂਦਾ ਹੈ। ਜਿਵੇਂ ਹੈਂ ਹੈਂ ਇਹ ਕੀ ਭਾਣਾ ਵਰਤ ਗਿਆ। ਸੋ ਇਹ ਵਿਸਮਿਕ ਚਿੰਨ੍ਹਾਂ ਬਾਰੇ ਸੰਖੇਪ ਜਾਣਕਾਰੀ ਹੈ। ਵਿਸਮਿਕ ਚਿੰਨ੍ਹਾਂ ਬਾਰੇ ਹੋਰ ਵਿਸਥਾਰ ਦੇ ਵਿੱਚ ਜਾਣਕਾਰੀ ਕਿ ਵਿਸਮਿਕ ਚਿੰਨ੍ਹਾਂ ਦੀਆਂ ਕਿਸਮਾਂ ਕਿੰਨੀਆਂ ਹਨ, ਇਹ ਸਭ ਕੁਝ ਤੁਸੀਂ ਦੂਸਰੇ ਵੀਡੀਓ ਜੋ ਕਿ ਪੂਰੇ ਦਾ ਪੂਰਾ ਵਿਸਮਿਕ ਚਿੰਨ੍ਹਾਂ ਬਾਰੇ ਹੈ ਉੱਥੋਂ ਵੇਖ ਕੇ ਸੁਣ ਕੇ ਸਮਝ ਸਕਦੇ ਹੋ, ਜਿਸ ਦਾ ਕਿ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਹੈ। ਅੱਗੇ ਹੈ ਦੁਬਿੰਦੀ। ਹੁਣ ਦੁਬਿੰਦੀ ਦੀ ਵਰਤੋਂ ਕਦੋਂ ਕਦੋਂ ਹੁੰਦੀ ਹੈ। ਨੰਬਰ 1, ਜਦੋਂ ਕਿਸੇ ਸ਼ਬਦ ਦੇ ਸਾਰੇ ਅੱਖਰ ਨਾ ਲਿਖੇ ਜਾਣ ਜਾਂ ਘੱਟ ਲਿਖੇ ਜਾਣ ਤਾਂ ਦੁਬਿੰਦੀ ਦੀ ਵਰਤੋਂ ਹੁੰਦੀ ਹੈ। ਜਿਵੇਂ ਜੇ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਿਖਣਾ ਹੈ ਤਾਂ ਅਸੀਂ ਇਸ ਰੂਪ ਦੇ ਵਿੱਚ ਸੰਖੇਪ ਰੂਪ ਦੇ ਵਿੱਚ ਇਸ ਨੂੰ ਲਿਖ ਸਕਦੇ ਹਾਂ ਕਿ ਸੱਸਾ ਤੋਂ ਬਾਅਦ ਦੁਬਿੰਦੀ, ਫਿਰ ਸੀ ਤੋਂ ਬਾਅਦ ਦੁਬਿੰਦੀ। ਹੁਣ ਸਰਕਾਰੀ ਦਾ ਸੱਸਾ ਇਹ ਲਿਆ ਸੀ, ਸੀਨੀਅਰ ਦਾ ਇਹ ਵਾਲਾ ਹਿੱਸਾ ਲੈ ਕੇ ਪਹਿਲਾ ਅੱਖਰ ਸੱਸਾ, ਸੱਸੇ ਨੂੰ ਬਿਹਾਰੀ 2 ਬਿੰਦੀਆਂ, ਸੈਕੰਡਰੀ ਦਾ ਸੈ 2 ਬਿੰਦੀਆਂ, ਫਿਰ ਸਕੂਲ ਦਾ ਸੱਸਾ ਫਿਰ 2 ਬਿੰਦੀਆਂ। ਹਿੰਦਸਿਆਂ ਵਿੱਚ ਸਮੇਂ ਦੇ ਘੰਟੇ ਮਿੰਟ ਦੱਸਣ ਲਈ ਦੁਬਿੰਦੀ ਦੀ ਵਰਤੋਂ ਹੁੰਦੀ ਹੈ। ਸੋ ਸਮੇਂ ਦੇ ਘੰਟੇ ਜਾਂ ਮਿੰਟ ਅਸੀਂ ਦੱਸ ਰਹੇ ਹਾਂ ਤਾਂ ਦੁਬਿੰਦੀ ਦੀ ਵਰਤੋਂ ਹੋ ਰਹੀ ਹੈ। ਜਿਵੇਂ 8:15 ਵਜੇ ਨੂੰ 8 2 ਬਿੰਦੀ, ਫਿਰ 15 ਵਜੇ ਸਵੇਰੇ, 5 2 ਬਿੰਦੀ 00 ਵਜੇ ਸ਼ਾਮ। ਸੋ ਇਹ ਹਿੰਦਸਿਆਂ ਦੇ ਵਿੱਚ ਸਮੇਂ ਦੇ ਘੰਟੇ ਤੇ ਮਿੰਟ ਦੱਸਣ ਲਈ ਇਸ ਦੀ ਵਰਤੋਂ ਹੋਈ ਹੈ। ਨੰਬਰ 3, ਜਦੋਂ ਅਸੀਂ ਇਸ ਦੀ ਵਰਤੋਂ ਕਰਨੀ ਹੈ ਸੋ ਇਹਨਾਂ ਗੱਲਾਂ ਦਾ ਅਸੀਂ ਵਿਸ਼ੇਸ਼ ਧਿਆਨ ਰੱਖਣਾ ਹੈ। ਇਸੇ ਕਰਕੇ ਇਸ ਨੂੰ ਨੰਬਰਾਂ ਦੇ ਵਿੱਚ ਦਰਸਾਇਆ ਕਿ ਕਿਹੜੇ ਕਿਹੜੇ ਮੌਕੇ ਇਸ ਦੀ ਵਰਤੋਂ ਹੁੰਦੀ ਹੈ। 3 ਨੰਬਰ ਦੀ ਹੁਣ ਗੱਲ ਕਰਦੇ ਹਾਂ। ਕਿਸੇ ਸ਼ਬਦ, ਵਾਕੰਸ਼ ਜਾਂ ਉਪਵਾਕ ਦੇ ਵੇਰਵੇ ਜਾਂ ਵਿਆਖਿਆ ਤੋਂ ਪਹਿਲਾਂ ਦੁਬਿੰਦੀ ਦੀ ਵਰਤੋਂ ਹੁੰਦੀ ਹੈ। ਕਿਸੇ ਸ਼ਬਦ, ਵਾਕੰਸ਼ ਜਾਂ ਉਪਵਾਕ ਦੇ ਵੇਰਵਿਆਂ ਜਾਂ ਵਿਆਖਿਆ ਤੋਂ ਪਹਿਲਾਂ, ਜਿਵੇਂ ਮੇਰੇ ਮਨ ਭਾਉਂਦੇ ਪੰਜਾਬੀ ਸਾਹਿਤਕਾਰ ਹਨ, ਇੱਥੇ ਦੁਬਿੰਦੀ ਆ ਗਿਆ, ਭਾਈ ਵੀਰ ਸਿੰਘ, ਜਸਵੰਤ ਸਿੰਘ ਕੰਵਲ। ਫਿਰ ਨੰਬਰ 4, ਕਿਸੇ ਵਿਅਕਤੀ ਦੇ ਲੰਮੇ ਵਿਚਾਰ, ਬਿਆਨ, ਟੂਕ ਆਦਿ ਦੇ ਆਰੰਭ ਹੋਣ ਤੋਂ ਪਹਿਲਾਂ ਦੁਬਿੰਦੀ ਦੀ ਵਰਤੋਂ ਹੁੰਦੀ ਹੈ। ਜਿਵੇਂ ਫਿਰ ਇੱਥੇ 2 ਬਿੰਦੀ ਲੱਗ ਗਿਆ, ਭਾਈ ਵੀਰ ਸਿੰਘ ਜੀ ਆਪਣੇ ਮਹਾਂਕਾਵਿ ਰਾਣਾ ਸੂਰਤ ਸਿੰਘ ਦੀ ਉਥਾਨਕਾ ਵਿੱਚ ਲਿਖਦੇ ਹਨ, ਇੱਥੇ 2 ਬਿੰਦੀ। ਸੋ ਇੱਥੇ 2 ਬਿੰਦੀ ਤੋਂ ਬਾਅਦ ਪਤੀ ਦੇ ਚਲਾਣੇ ਮਗਰ ਤੋਂ ਲੈ ਕੇ ਸਤਸੰਗ, ਫਿਰ ਅੱਗੇ ਬਹੁਤ ਸਾਰਾ ਵੇਰਵਾ ਹੈ, ਇੱਥੇ ਸੰਭਵ ਨਹੀਂ। ਫਿਰ ਅੰਤ ਦੇ ਵਿੱਚ ਇਹ ਸ਼ਬਦ ਹਨ, ਪੁਸਤਕ ਵਿੱਚ ਹਨ, ਫਿਰ ਡੰਡੀ ਹੈ। ਇਸ ਤਰ੍ਹਾਂ ਦੁਬਿੰਦੀ ਦੀ ਵਰਤੋਂ ਜੋ ਹੈ ਉਹ ਹੁੰਦੀ ਹੈ। ਫਿਰ 5ਵਾਂ ਮੌਕਾ ਕਦੋਂ ਹੈ। ਨਾਟਕੀ ਵਾਰਤਾਲਾਪ ਤੋਂ ਪਹਿਲਾਂ ਅਤੇ ਉਸ ਵਾਰਤਾਲਾਪ ਨੂੰ ਬੋਲਣ ਵਾਲੇ ਦੇ ਨਾਂ ਤੋਂ ਪਿੱਛੋਂ ਦੁਬਿੰਦੀ ਲਾਈ ਜਾਂਦੀ ਹੈ। ਜਿਵੇਂ ਮਾਸਟਰ ਜੀ, ਫਿਰ 2 ਬਿੰਦੀ, ਅੱਗੇ ਮਾਸਟਰ ਜੀ ਦਾ ਸੰਵਾਦ ਹੈ, ਤੂੰ ਅੱਜ ਫਿਰ ਦੇਰ ਨਾਲ ਆਇਆ। ਕਾਲੂ, ਅੱਗੇ ਕਾਲੂ ਦਾ ਉੱਤਰ ਹੈ, ਸਰ ਅੱਜ ਫਿਰ ਬੱਸ ਨਹੀਂ ਆਈ ਤੇ ਮੈਂ ਪੈਦਲ ਹੀ ਆਇਆ। ਸੋ ਇਸ ਤਰ੍ਹਾਂ ਵਾਰਤਾਲਾਪ ਦੇ ਵਿੱਚ ਜੋ ਸੰਵਾਦ ਚੱਲ ਰਹੇ ਹਨ, ਬੋਲਣ ਵਾਲੇ
ਦਾ ਜਿੱਥੇ ਨਾਮ ਆ ਰਿਹਾ ਹੈ ਉਸ ਤੋਂ ਬਾਅਦ ਦੋ ਬਿੰਦੀ ਤੇ ਫਿਰ ਅੱਗੇ ਜੋ ਵਾਰਤਾਲਾਪ ਚੱਲ ਰਹੀ ਹੈ ਉਹ ਅੱਗੇ ਆ ਰਹੀ ਹੈ। ਹੁਣ ਅਗਲੇ ਵਿਸਰਾਮ ਚਿੰਨ੍ਹ ਵੱਲ ਵੱਧਦੇ ਹਾਂ। ਦੋ ਬਿੰਦੀ ਡੈਸ਼। ਇਸ ਵਿਸਰਾਮ ਚਿੰਨ੍ਹ ਦੀ ਕੁਝ ਕੁ ਵਰਤੋਂ ਤਾਂ ਦੋ ਬਿੰਦੀ ਚਿੰਨ੍ਹ ਦੇ ਨੁਕਤੇ 3, 4 ਅਤੇ 5 ਵਾਲੀ ਹੀ ਹੈ, ਜੋ ਅਸੀਂ ਦੋ ਬਿੰਦੀ ਬਾਰੇ ਗੱਲ ਕਰਕੇ ਆਏ ਹਾਂ ਪਿੱਛੇ ਦੋ ਬਿੰਦੀ ਵਿਸਰਾਮ ਚਿੰਨ੍ਹ ਬਾਰੇ। ਸੋ ਉਸਦਾ ਜੋ ਨੁਕਤਾ ਨੰਬਰ ਜਾਂ ਪੁਆਇੰਟ ਨੰਬਰ 3, 4 ਤੇ 5 ਹੈ ਉਹ ਦੁਬਾਰਾ ਤੁਸੀਂ ਸਮਝ ਲੈਣਾ ਹੈ, ਉਹੀ ਵਰਤੋਂ ਹੈ ਦੋ ਬਿੰਦੀ ਡੈਸ਼ ਦੀ ਵੀ। ਉੱਥੇ ਦੋ ਬਿੰਦੀ ਦੀ ਥਾਂ ਦੋ ਬਿੰਦੀ ਡੈਸ਼ ਦੀ ਵਰਤੋਂ ਵੀ ਹੋ ਸਕਦੀ ਹੈ। ਸੋ ਉਹਨਾਂ 3 ਨੁਕਤਿਆਂ ਦੇ ਵਿੱਚ ਜਿੱਥੇ ਅਸੀਂ ਦੋ ਬਿੰਦੀ ਦੀ ਵਰਤੋਂ ਕੀਤੀ ਹੈ ਉੱਥੇ ਦੋ ਬਿੰਦੀ ਦੀ ਥਾਂ ਦੋ ਬਿੰਦੀ ਡੈਸ਼ ਦੀ ਵਰਤੋਂ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਹੋ ਸਕਦੀ ਹੈ? ਕੁਝ ਚੀਜ਼ਾਂ ਦਾ ਵੇਰਵਾ ਦੇਣਾ ਹੋਵੇ ਤਾਂ ਉਸ ਵੇਰਵੇ ਤੋਂ ਪਹਿਲਾਂ ਦੋ ਬਿੰਦੀ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਵੀਰ ਜੀ ਸ਼ਹਿਰੋਂ ਇਹ ਚੀਜ਼ਾਂ ਜ਼ਰੂਰ ਲਿਆਉਣਾ, ਫਿਰ ਦੋ ਬਿੰਦੀ ਡੈਸ਼ ਆ ਗਿਆ। ਨੰਬਰ 1 2 ਪੈਨ, ਫਿਰ ਨੰਬਰ 2 ਤੇ 10 ਕਾਪੀਆਂ। ਸੋ ਵੇਰਵਾ ਦੇਣ ਤੋਂ ਪਹਿਲਾਂ ਅਸੀਂ ਦੋ ਬਿੰਦੀ ਡੈਸ਼ ਲਾਈ। ਜਦੋਂ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਨ ਦੇਣੀ ਹੋਵੇ ਤਾਂ ਸ਼ਬਦ ਜਿਵੇਂ ਜਾਂ ਜਿਹਾ ਕਿ ਆਦਿ ਤੋਂ ਪਹਿਲਾਂ ਵੀ ਇਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਨਾਮ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪ੍ਰਣਾਮ ਆਖਦੇ ਹਨ। ਜਿਵੇਂ ਫਿਰ ਦੋ ਬਿੰਦੀ ਡੈਸ਼, ਉਹ, ਤੂੰ, ਤੁਸੀਂ ਆਦਿ। ਇੱਕ ਜੋ ਧਿਆਨ ਦੇਣਾ ਹੈ, ਪਹਿਲਾਂ ਇੱਥੇ ਗਲਤੀ ਨਾਲ ਪਹਿਲਾਂ ਟਾਈਪ ਹੋ ਗਿਆ ਸੀ। ਜਿਵੇਂ ਜਾਂ ਜਿਹਾ ਕਿ ਆਦਿ ਤੋਂ ਬਾਅਦ ਇਹ ਚਿੰਨ੍ਹ ਵਰਤਿਆ ਜਾਂਦਾ ਹੈ। ਜਿਵੇਂ ਇੱਥੇ ਉਹ, ਤੂੰ, ਤੁਸੀਂ ਆਦਿ ਕਿ ਅਸੀਂ ਆਪਣੀ ਗੱਲ ਕਹਿ ਕੇ ਉਦਾਹਰਨ ਦਿੱਤੀ ਤਾਂ ਉਹ ਆ ਗਿਆ। ਹੁਣ ਇਸ ਨੂੰ ਇੱਕ ਵਾਰ ਦੁਬਾਰਾ ਸਮਝਦੇ ਹਾਂ। ਕਿ ਦੋ ਬਿੰਦੀ ਜੋ ਡੈਸ਼ ਹੈ ਉਸ ਦੀ ਕੁਝ ਕੁ ਵਰਤੋਂ ਤਾਂ ਦੋ ਬਿੰਦੀ ਵਾਲੀ ਹੈ, ਠੀਕ ਹੈ। ਤੇ ਬਾਕੀ ਜੋ ਇਹ ਨੁਕਤੇ ਹਨ, ਸੋ ਇੱਥੇ ਜਿਵੇਂ ਜਾਂ ਜਿਹਾ ਕਿ ਆਦਿ ਤੋਂ ਬਾਅਦ, ਪਹਿਲਾਂ ਉਹ ਗਲਤੀ ਨਾਲ ਪਹਿਲਾਂ ਲਿਖਿਆ ਗਿਆ ਸੀ, ਸੋ ਆਦਿ ਤੋਂ ਬਾਅਦ ਇਹ ਚਿੰਨ੍ਹ ਵਰਤਿਆ ਜਾਂਦਾ ਹੈ। ਹੁਣ ਅੱਗੇ ਹੈ ਪ੍ਰਸ਼ਨ ਚਿੰਨ੍ਹ। ਜਿਸ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਵੇ ਉਸ ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਲਾਇਆ ਜਾਂਦਾ ਹੈ। ਜਿਵੇਂ ਰਾਜਨ, ਅਮਨ, ਪ੍ਰੀਤ ਅਤੇ ਯੁਵਰਾਜ ਸੁਖਨਾ ਲੇਕ ਤੇ ਕਿਉਂ ਗਏ? ਇਹ ਪ੍ਰਸ਼ਨ ਪੁੱਛਿਆ ਜਾ ਰਿਹਾ ਕਿ ਉਹ ਉੱਥੇ ਕਿਉਂ ਗਏ। ਅਗਲੇ ਵਿਸਰਾਮ ਚਿੰਨ੍ਹ ਵੱਲ ਵੱਧਦੇ ਹਾਂ। ਡੈਸ਼। ਇਹ ਵਿਸਰਾਮ ਚਿੰਨ੍ਹ ਵੇਖਣ ਨੂੰ ਜੋੜਨੀ ਜਿਹਾ ਹੈ, ਪਰ ਇਸ ਦੀ ਲੰਬਾਈ ਜੋੜਨੀ ਨਾਲੋਂ ਕੁਝ ਵੱਧ ਹੈ। ਇਸ ਗੱਲ ਦਾ ਅਸੀਂ ਵਿਸ਼ੇਸ਼ ਧਿਆਨ ਰੱਖਣਾ ਹੈ। ਡੈਸ਼ ਦੀ ਵਰਤੋਂ ਕਦੋਂ ਕਦੋਂ ਹੁੰਦੀ ਹੈ? ਵਾਕ ਵਿੱਚ ਜਦੋਂ ਕਿਸੇ ਗੱਲ ਨੂੰ ਹੋਰ ਸਪਸ਼ਟ ਕਰਨ ਲਈ ਵਾਧੂ ਗੱਲ ਕਹਿਣੀ ਹੋਵੇ ਤਾਂ ਉਸ ਦੇ ਦੋਨੋਂ ਪਾਸੇ ਡੈਸ਼ ਪਾਈ ਜਾਂਦੀ ਹੈ। ਵਾਕ ਦੇ ਵਿੱਚ ਕਿਸੇ ਗੱਲ ਨੂੰ ਅਸੀਂ ਹੋਰ ਸਪਸ਼ਟ ਕਰਨਾ ਹੈ ਤਾਂ ਉੱਥੇ ਡੈਸ਼ ਦੀ ਵਰਤੋਂ ਹੋ ਰਹੀ ਹੈ। ਜਿੱਥੇ ਜਿਹੜੀ ਗੱਲ ਨੂੰ ਅਸੀਂ ਸਪਸ਼ਟ ਕਰ ਰਹੇ ਹਾਂ, ਸਪਸ਼ਟ ਕਰਨ ਲਈ ਜੋ ਵੇਰਵਾ ਦੇ ਰਹੇ ਹਾਂ ਉਸ ਦੇ ਦੋਨੋਂ ਪਾਸੇ ਡੈਸ਼ ਲੱਗੇਗੀ। ਜਿਵੇਂ ਸਾਡੀ ਘਰੇਲੂ ਬਗੀਚੀ ਵਿੱਚ ਸਬਜ਼ੀਆਂ, ਫਲ, ਫੁੱਲ। ਫਿਰ ਇੱਥੇ ਹੁਣ ਅਸੀਂ
ਜੋ ਵੀ ਬੀਜਿਆ ਜਾਵੇ ਬਹੁਤ ਵਧੀਆ ਹੁੰਦਾ ਹੈ। ਸੋ ਸਾਡਾ ਇਹ ਵਾਕ ਚੱਲ ਰਿਹਾ ਹੈ। ਇੱਥੇ ਅਸੀਂ ਆਪਣਾ ਵੇਰਵਾ ਦੇਣ ਲਈ, ਗੱਲ ਨੂੰ ਹੋਰ ਸਪਸ਼ਟ ਕਰਨ ਲਈ ਵਿੱਚ ਜੋ ਗੱਲ ਕਹੀ ਹੈ ਉਸ ਨੂੰ ਡੈਸ਼ ਨਾਲ ਜੋੜਿਆ ਹੈ। ਹੋਰ ਕਿੱਥੇ ਡੈਸ਼ ਦੀ ਵਰਤੋਂ ਹੁੰਦੀ ਹੈ? ਨੰਬਰ 2 ਜੋ ਨੁਕਤਾ ਹੈ, ਜਦੋਂ ਲਿਖਤ ਵਿੱਚ ਭਾਵ ਪ੍ਰਧਾਨ ਹੋਵੇ ਤਦ ਸ਼ਬਦਾਂ, ਵਾਕੰਸ਼ਾਂ ਤੇ ਉਪਵਾਕਾਂ ਵਿਚਕਾਰ ਡੈਸ਼ ਲਾ ਕੇ ਹੀ ਰਚਨਾ ਦੇ ਵਿਆਕਰਨਕ ਕ੍ਰਮ ਨੂੰ ਠੀਕ ਰੱਖਿਆ ਜਾਂਦਾ ਹੈ। ਸੋ ਭਾਵ ਪ੍ਰਧਾਨ ਹੈ ਲਿਖਤ ਦੇ ਵਿੱਚ, ਸ਼ਬਦਾਂ, ਵਾਕੰਸ਼ਾਂ ਤੇ ਉਪਵਾਕਾਂ ਵਿਚਕਾਰ ਅਸੀਂ ਡੈਸ਼ ਲਗਾ ਰਹੇ ਹਾਂ ਤਾਂ ਕਿ ਉਸ ਦਾ ਵਿਆਕਰਨਕ ਕ੍ਰਮ ਹੈ ਉਹ ਠੀਕ ਰਹੇ। ਇਹ ਉਦਾਹਰਨ ਹੈ, ਬੱਦਲ ਆ ਰਹੇ ਹਨ, ਫਿਰ ਡੈਸ਼ ਹੈ, ਕਾਲੇ ਮਸਤ ਹਾਥੀਆਂ ਵਾਂਗ ਝੂਮਦੇ, ਫਿਰ ਡੈਸ਼ ਹੈ, ਦੂਰ ਸਮੁੰਦਰਾਂ ਦੇ ਪਾਣੀਆਂ ਨੂੰ ਮਾਸ਼ਕੀਆਂ ਵਾਂਗ ਚੁੱਕੀ ਆਉਂਦੇ, ਪਤਾ ਨਹੀਂ ਕਿੱਥੇ ਵਰ ਪੈਣਗੇ, ਫਿਰ ਡੈਸ਼, ਚਿਰਾਂ ਤੋਂ ਤਪਦੀ ਧਰਤੀ ਨੂੰ ਠਾਰਨ ਲਈ, ਉਸ ਦੀ ਕਾਇਆ ਕਲਪ ਕਰਨ ਲਈ, ਫਿਰ ਡੈਸ਼ ਹੈ, ਹਾਂ ਕਾਲੇ ਬੱਦਲ ਆ ਰਹੇ ਹਨ। ਇਹ ਜੋੜਨੀ ਹੈ, ਕਾਇਆ ਕਲਪ ਪੂਰਾ ਇੱਕ ਸ਼ਬਦ ਨੂੰ ਜੋੜਨ ਦੇ ਲਈ ਹੈ। ਇਹ ਡੈਸ਼ ਹੈ ਇੱਥੇ, ਇੱਥੇ, ਇੱਥੇ। ਸੋ ਹੁਣ 3 ਨੰਬਰ ਨੁਕਤਾ, ਕਈ ਵਾਰੀ ਅਤ ਜਜ਼ਬਾਤੀ ਹਾਲਾਤ ਵਿੱਚ ਪੂਰੇ ਵਾਕ ਨਹੀਂ ਬੋਲੇ ਜਾਂਦੇ, ਸਗੋਂ ਅਧੂਰੇ ਜਾਂ ਟੁੱਟਵੇਂ ਸ਼ਬਦ ਹੀ ਬੋਲੇ ਜਾਂਦੇ ਹਨ। ਲਿਖਤ ਵਿੱਚ ਇਹਨਾਂ ਬਿਖਰੇ ਸ਼ਬਦਾਂ ਦੇ ਵਿਚਕਾਰ ਡੈਸ਼ ਲਾਈ ਜਾਂਦੀ ਹੈ, ਜਿਵੇਂ ਮੇ, ਫਿਰ ਡੈਸ਼, ਮੇ, ਫਿਰ ਡੈਸ਼, ਰੀ, ਫਿਰ ਡੈਸ਼, ਮਾਂ, ਫਿਰ ਡੈਸ਼, ਨੂੰ, ਫਿਰ ਡੈਸ਼, ਬ, ਫਿਰ ਡੈਸ਼, ਬੁਲਾ, ਫਿਰ ਡੈਸ਼, ਦਿਓ। ਜਿਵੇਂ ਮੇ, ਰੀ, ਮਾਂ, ਨੂੰ, ਬੁਲਾ, ਦਿਓ। ਸੋ ਜਿੱਥੇ ਜਿੱਥੇ ਅਟਕ ਕੇ ਬੋਲਿਆ ਜਾ ਰਿਹਾ ਹੈ ਉੱਥੇ ਡੈਸ਼ ਆ ਰਹੀ ਹੈ। ਹੁਣ ਹੈ ਪੁੱਠੇ ਕਾਮੇ। ਜਦੋਂ ਕਿਸੇ ਦੇ ਕਹੇ ਹੋਏ ਜਾਂ ਲਿਖੇ ਹੋਏ ਸ਼ਬਦਾਂ ਨੂੰ ਹੂਬਹੂ ਉਸੇ ਕਾਲ ਵਿੱਚ ਲਿਖਣਾ ਹੋਵੇ ਤਾਂ ਉਹਨਾਂ ਨੂੰ 2 ਪੁੱਠੇ ਕਾਮਿਆਂ ਅਤੇ 2 ਸਿੱਧੇ ਕਾਮਿਆਂ ਵਿੱਚ ਲਿਖਿਆ ਜਾਂਦਾ ਹੈ। ਜਿਵੇਂ ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ, ਤੁਹਾਡੇ ਇਮਤਿਹਾਨ 24 ਫਰਵਰੀ ਤੋਂ ਸ਼ੁਰੂ ਹੋ ਰਹੇ ਹਨ। ਸੋ ਇਹ ਜੋ ਗੱਲ ਹੈ ਇਹ ਅਧਿਆਪਕ ਵੱਲੋਂ ਕਹੀ ਗਈ ਹੈ, ਉਸ ਨੂੰ ਹੂਬਹੂ ਰੂਪ ਵਿੱਚ ਲਿਖਿਆ ਗਿਆ ਹੈ, ਇਸ ਲਈ ਇਸ ਨੂੰ ਪੁੱਠੇ ਕਾਮਿਆਂ ਦੇ ਵਿੱਚ ਕੀਤਾ ਗਿਆ ਹੈ, ਭਾਵ ਪੁੱਠੇ ਕਾਮੇ ਲਗਾਏ ਗਏ ਹਨ। ਹੁਣ ਅੱਗੇ ਸਮਝਦੇ ਹਾਂ ਕਿ ਹੋਰ ਪੁੱਠੇ ਕਾਮੇ ਕਿੱਥੇ ਲੱਗਦੇ ਹਨ। ਜਦੋਂ ਕਿਸੇ ਮਹਾਨ ਵਿਅਕਤੀ, ਰਸਾਲੇ, ਅਖਬਾਰ ਜਾਂ ਪੁਸਤਕ ਦਾ ਨਾਂ ਲਿਖਣਾ ਹੋਵੇ ਤਾਂ ਉਸ ਨੂੰ ਇਕਹਿਰੇ ਕਾਮਿਆਂ ਵਿੱਚ ਲਿਖਿਆ ਜਾਂਦਾ ਹੈ। ਆਓ ਇਸ ਪਰਿਭਾਸ਼ਾ ਨੂੰ ਇੱਕ ਵਾਰ ਦੁਬਾਰਾ ਸਮਝਦੇ ਹਾਂ। ਜਦੋਂ ਕਿਸੇ ਮਹਾਨ ਵਿਅਕਤੀ, ਰਸਾਲੇ, ਅਖਬਾਰ ਜਾਂ ਪੁਸਤਕ ਦਾ ਨਾਂ ਲਿਖਣਾ ਹੋਵੇ ਤਾਂ ਉਸ ਨੂੰ ਇਕਹਿਰੇ ਕਾਮਿਆਂ ਵਿੱਚ ਇਸ ਤਰ੍ਹਾਂ ਲਿਖਿਆ ਜਾਂਦਾ ਹੈ। ਸੋ ਪਹਿਲਾਂ ਅਸੀਂ ਸੰਵਾਦ ਦੀ ਗੱਲ ਕਰ ਰਹੇ ਹਾਂ ਕਿ ਹੂਬਹੂ ਉਸੇ ਕਾਲ 'ਚ ਲਿਖਣਾ ਹੋਵੇ ਤਾਂ ਦੋਹਰੇ ਪੁੱਠੇ ਕਾਮੇ ਲੱਗ ਰਹੇ ਹਨ, ਇੱਥੇ ਇਕਹਿਰੇ ਲੱਗ ਰਹੇ ਹਨ। ਜਿਵੇਂ ਪੰਜਾਬੀ ਟ੍ਰਿਬਿਊਨ ਇੱਕ ਪ੍ਰਸਿੱਧ ਅਖਬਾਰ ਦਾ ਨਾਮ ਹੈ, ਅਸੀਂ ਇਕਹਿਰੇ ਕਾਮੇ ਇਸ ਤਰ੍ਹਾਂ ਲਗਾਏ, ਪੰਜਾਬੀ ਟ੍ਰਿਬਿਊਨ ਪੰਜਾਬੀ ਦਾ ਇੱਕ ਪ੍ਰਸਿੱਧ ਅਖਬਾਰ ਹੈ। ਫਿਰ ਸਾਡੇ ਕਾਲਜ ਦੀ ਲਾਇਬ੍ਰੇਰੀ ਵਿੱਚ ਪ੍ਰੀਤਲੜੀ ਰਸਾਲੇ ਦਾ ਹਰ ਅੰਕ ਹੈ। ਸੋ ਇਹ ਰਸਾਲੇ ਦਾ ਨਾਮ ਹੈ, ਇੱਥੇ ਇਸ ਨੂੰ ਇਕਹਿਰੇ ਕਾਮਿਆਂ ਦੇ ਵਿੱਚ ਅਸੀਂ ਲਿਖਿਆ ਹੈ। ਹੁਣ ਅੱਗੇ ਜੋੜਨੀ, ਅਗਲਾ ਵਿਸਰਾਮ ਚਿੰਨ੍ਹ ਹੈ ਜੋੜਨੀ। ਜੋੜਨੀ ਦੀ ਵਰਤੋਂ ਜੋੜੇ ਜਾਣ ਵਾਲੇ 2 ਤਰ੍ਹਾਂ ਦੇ ਸ਼ਬਦਾਂ ਵਿੱਚ ਕੀਤੀ ਜਾਂਦੀ ਹੈ। ਉਹ ਕਿਹੜੇ ਕਿਹੜੇ ਹਨ?
ਸਮਾਸੀ ਸ਼ਬਦਾਂ ਵਿੱਚ ਜੋੜਨੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਉਪਮੰਡਲ, ਚਾਹ ਚੂਹ, ਸਾਧ ਸੰਗਤ, ਸ਼ੇਰੇ ਪੰਜਾਬ ਆਦਿ। ਸੋ ਸਮਾਸੀ ਸ਼ਬਦਾਂ ਦੇ ਵਿੱਚ ਜੋੜਨੀ ਦੀ ਵਰਤੋਂ ਹੁੰਦੀ ਹੈ। ਸਮਾਸੀ ਸ਼ਬਦਾਂ ਬਾਰੇ ਹੋਰ ਵਿਸਥਾਰ ਦੇ ਵਿੱਚ ਤੁਸੀਂ ਇੱਕ ਪੂਰਾ ਵੀਡੀਓ ਜੋ ਬਣਾਇਆ ਗਿਆ ਹੈ ਉੱਥੋਂ ਸਮਝ ਸਕਦੇ ਹੋ, ਜਿਸ ਦਾ ਕਿ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਹੈ। ਸੋ ਸਮਾਸੀ ਸ਼ਬਦਾਂ ਦੇ ਵਿੱਚ ਜੋੜਨੀ ਦੀ ਵਰਤੋਂ ਹੁੰਦੀ ਹੈ। ਜਿਵੇਂ ਅਸੀਂ ਪਹਿਲਾਂ ਵੀ ਡੈਸ਼ ਦੇ ਵਿੱਚ ਗੱਲ ਕੀਤੀ ਹੈ ਕਿ ਡੈਸ਼ ਤੇ ਜੋੜਨੀ ਦੇ ਵਿੱਚ ਅੰਤਰ ਕੀ ਹੈ, ਕਿ ਜੋੜਨੀ ਜੋ ਹੈ ਉਹ ਡੈਸ਼ ਨਾਲੋਂ ਥੋੜ੍ਹੀ ਛੋਟੀ ਹੁੰਦੀ ਹੈ। ਇਹਨਾਂ ਦੇ ਵੇਖਣ ਦੇ ਵਿੱਚ ਜੇ ਅੰਤਰ ਸਮਝਣਾ ਹੋਵੇ ਉਸ ਦੀ ਗੱਲ ਹੋਈ ਹੈ ਕਿ ਵੇਖਣ ਦੇ ਵਿੱਚ ਜੇ ਡੈਸ਼ ਤੇ ਜੋੜਨੀ ਦਾ ਅੰਤਰ ਸਮਝਣਾ ਹੋਵੇ ਤਾਂ ਜੋੜਨੀ ਜੋ ਹੈ ਉਹ ਡੈਸ਼ ਨਾਲੋਂ ਆਕਾਰ ਦੇ ਵਿੱਚ ਛੋਟੀ ਹੈ। ਜਦੋਂ ਕਿਸੇ ਸਤਰ ਦੇ ਅੰਤ ਵਿੱਚ ਥੋੜ੍ਹੀ ਜਗ੍ਹਾ ਰਹਿ ਜਾਣ ਕਰਕੇ ਪੂਰਾ ਸ਼ਬਦ ਨਾ ਲਿਖਿਆ ਜਾਵੇ ਤਾਂ ਉਸ ਅੱਧ ਲਿਖੇ ਸ਼ਬਦ ਦੇ ਪਿੱਛੇ ਜੋੜਨੀ ਲਾ ਦਿੱਤੀ ਜਾਂਦੀ ਹੈ ਅਤੇ ਸ਼ਬਦ ਦਾ ਰਹਿੰਦਾ ਭਾਗ ਦੂਜੀ ਸਤਰ ਵਿੱਚ ਲਿਖ ਦਿੱਤਾ ਜਾਂਦਾ ਹੈ। ਬਹੁਤ ਹੀ ਸਧਾਰਨ ਜੀ ਗੱਲ ਹੈ ਕਿ ਕੋਈ ਅਸੀਂ ਵਾਕ ਦੇ ਵਿੱਚ ਸ਼ਬਦ ਪੂਰਾ ਨਹੀਂ ਲਿਖ ਸਕੇ ਤਾਂ ਉਸ ਨੂੰ ਅੱਧ ਲਿਖੇ ਜੋ ਵਾਕ ਨੂੰ ਦਰਸਾਉਣ ਦੇ ਲਈ ਜੋੜਨੀ ਅਸੀਂ ਲਗਾ ਦਿੱਤੀ। ਜਿਵੇਂ ਕਾਮਾ ਗਾਟਾ ਮਾਰੂ ਜਹਾਜ਼ ਦੀ ਘਟਨਾ ਨੇ ਸਾਮਰਾਜੀ। ਹੁਣ ਸਾਮਰਾਜੀ ਪੂਰਾ ਸ਼ਬਦ ਹੈ ਕਿਉਂਕਿ ਅੱਧਾ ਸਾਮ ਇੱਥੇ ਆ ਗਿਆ, ਰਾਜੀ ਇੱਥੇ ਆ ਗਿਆ, ਸੋ ਇੱਥੇ ਅਸੀਂ ਜੋੜਨੀ ਲਗਾ ਦਿੱਤੀ। ਪਰ ਜੇ ਇਸ ਦੀ ਜਗ੍ਹਾ ਇਹ ਕਿਤੇ ਹੋਰ ਆਂਦਾ ਤਾਂ ਇੱਥੇ ਇਹ ਜੋੜਨੀ ਨਹੀਂ ਲੱਗਣੀ ਸੀ, ਚਾਰੇ ਅੱਖਰਾਂ ਨੇ ਜੁੜ ਕੇ ਆਉਣਾ ਸੀ। ਸਾਮਰਾਜੀ ਹਕੂਮਤ ਦੀਆਂ ਬੁਨਿਆਦਾਂ ਹਿਲਾ ਦਿੱਤੀਆਂ। ਦੁਬਾਰਾ ਪੜ੍ਹਦੇ ਹਾਂ। ਕਾਮਾ ਗਾਟਾ ਮਾਰੂ ਜਹਾਜ਼ ਦੀ ਘਟਨਾ ਨੇ ਸਾਮਰਾਜੀ, ਸਾਮਰਾਜੀ ਇੱਥੇ ਸ਼ਬਦ ਜੋ ਹੈ ਉਹ ਅੱਧਾ ਉੱਪਰ ਆਇਆ ਹੈ, ਅੱਧਾ ਹੇਠਾਂ, ਸੋ ਅਸੀਂ ਜੋੜਨੀ ਲਗਾਈ ਹੈ। ਹਕੂਮਤ ਦੀਆਂ ਬੁਨਿਆਦਾਂ ਹਿਲਾ ਦਿੱਤੀਆਂ, ਫਿਰ ਕੌਮਾ, ਕਾਮਾ ਗਾਟਾ ਮਾਰੂ। ਹੁਣ ਇੱਥੇ ਤੱਕ ਤੁਸੀਂ ਵੇਖ ਸਕਦੇ ਹੋ ਕਿ ਕਾਮਾ ਗਾਟਾ ਮਾਰੂ ਜੋ ਸ਼ਬਦ ਹੈ ਇੱਥੇ ਪੂਰਾ ਹੈ, ਪਰ ਇੱਥੇ ਪੂਰਾ ਨਹੀਂ ਸੀ ਆ ਰਿਹਾ, ਸੋ ਇੱਥੇ ਅਸੀਂ ਜੋੜਨੀ ਲਗਾ ਲਈ। ਕਾਮਾ ਗਾਟਾ ਮਾਰੂ ਇੱਕ ਜਹਾਜ਼ ਦਾ ਨਾਂ ਸੀ। ਸੋ ਇਸ ਤਰ੍ਹਾਂ ਜੋੜਨੀ ਦੀ ਵਰਤੋਂ ਹੁੰਦੀ ਹੈ। ਹੁਣ ਅੱਗੇ ਹੈ ਬ੍ਰੈਕਟ। ਇਹ ਚਿੰਨ੍ਹ ਹੈ ਬ੍ਰੈਕਟ ਦਾ, ਕਿਸ ਤਰ੍ਹਾਂ ਦੀ ਬ੍ਰੈਕਟ ਹੁੰਦੀਆਂ ਹਨ। ਵਾਕ ਵਿੱਚ ਜਦੋਂ ਕਿਸੇ ਸ਼ਬਦ, ਵਾਕੰਸ਼ ਜਾਂ ਮੁਹਾਵਰੇ ਆਦਿ ਦਾ ਭਾਵ ਸਪਸ਼ਟ ਲਿਖਣਾ ਹੋਵੇ ਤਾਂ ਉਸ ਨੂੰ ਬ੍ਰੈਕਟ ਵਿੱਚ ਲਿਖਿਆ ਜਾਂਦਾ ਹੈ। ਕਿ ਵਾਕ ਦੇ ਵਿੱਚ ਕੋਈ ਸ਼ਬਦ ਆ ਗਿਆ ਜਾਂ ਵਾਕੰਸ਼ ਹੈ ਜਾਂ ਮੁਹਾਵਰਾ ਹੈ, ਉਸ ਦਾ ਭਾਵ ਸਪਸ਼ਟ ਕਰਨ ਦੇ ਲਈ ਅਸੀਂ ਬ੍ਰੈਕਟ ਦੇ ਵਿੱਚ ਉਸ ਨੂੰ ਲਿਖ ਦਿੱਤਾ। ਜਿਵੇਂ ਰੀਮਾ ਹਰ ਸਮੇਂ ਸਿਆਣਪ ਭਾਵ ਅਕਲ, ਅਕਲ ਬ੍ਰੈਕਟ ਦੇ ਵਿੱਚ ਆ ਗਿਆ, ਤੋਂ ਕੰਮ ਲੈਂਦੀ ਹੈ। ਅੱਗੇ ਜਦੋਂ ਕਿਸੇ ਵਿਚਾਰ ਨੂੰ ਕੁਝ ਹਿੱਸਿਆਂ ਵਿੱਚ ਵੰਡਿਆ ਜਾਵੇ ਤਾਂ ਉਹਨਾਂ ਲਈ ਵਰਤੇ ਅੰਕਾਂ ਜਾਂ ਅੱਖਰਾਂ ਨੂੰ ਬ੍ਰੈਕਟ ਵਿੱਚ ਲਿਖਿਆ ਜਾਂਦਾ ਹੈ। ਜਿਵੇਂ ਅੰਕ ਜੋ ਹਨ ਉਹ ਇਸ ਤਰ੍ਹਾਂ ਲਿਖੇ ਹੁੰਦੇ ਹਨ ਕਈ ਵਾਰ ਬ੍ਰੈਕਟ ਦੇ ਵਿੱਚ, ਤੇ ਅੱਖਰ ਇਸ ਤਰ੍ਹਾਂ। ਸੋ ਇੱਥੇ ਵੀ ਬ੍ਰੈਕਟ ਦੀ ਵਰਤੋਂ ਹੁੰਦੀ ਹੈ। ਲੇਖਕ ਵੱਲੋਂ ਨਾਟਕ ਜਾਂ ਉਲੱਥੇ ਵਿੱਚ ਲਿਖੇ ਕੁਝ ਸ਼ਬਦਾਂ ਨੂੰ ਬ੍ਰੈਕਟ ਵਿੱਚ ਲਿਖਿਆ ਜਾਂਦਾ ਹੈ ਕਿਉਂਕਿ ਸਥਿਤੀ ਨੂੰ ਦਰਸਾਉਣਾ ਹੈ। ਜਿਵੇਂ ਮਾਮਾ, ਫਿਰ ਅੱਗੇ ਬ੍ਰੈਕਟ ਦੇ ਵਿੱਚ ਵੇਰਵਾ ਆ ਗਿਆ, ਸ਼ੋਰ ਪਾਉਂਦਾ ਹੋਇਆ, ਕੁੰਡਾ ਕਿਉਂ ਬੰਦ ਕੀਤਾ ਹੈ। ਮਾਮਾ, ਮਾਮਾ ਕੀ ਹੈ, ਸ਼ੋਰ ਪਾ ਰਿਹਾ ਹੈ, ਤੇ ਸ਼ੋਰ ਪਾਉਂਦਾ ਹੋਇਆ ਬੋਲ ਰਿਹਾ ਹੈ ਕਿ ਕੁੰਡਾ ਕਿਉਂ ਬੰਦ ਕੀਤਾ ਹੈ। ਅੱਗੇ ਨਿਰਮਲ, ਉਹ ਹੌਲੇ ਜਿਹੇ ਬੋਲ ਰਹੀ ਹੈ, ਵੀਰ ਇਹ ਚੋਰ ਹੈ। ਸੋ ਇੱਥੇ ਦੱਸਿਆ ਗਿਆ ਕਿਉਂਕਿ ਅਸੀਂ ਲਿਖਤ ਨੂੰ ਪੜ੍ਹ ਰਹੇ ਹਾਂ, ਸੋ ਇਹ ਦੱਸਿਆ ਗਿਆ ਕਿ ਵਾਕ ਤੋਂ ਪਹਿਲਾਂ ਇਹ ਵੇਰਵਾ ਆਇਆ ਹੈ ਵਾਰਤਾਲਾਪ ਤੋਂ ਪਹਿਲਾਂ ਕਿ ਕਿਸ ਸਥਿਤੀ ਦੇ ਵਿੱਚ ਜਾਂ ਕਿਸ ਲਹਿਜ਼ੇ ਦੇ ਵਿੱਚ ਇਹ ਬੋਲਿਆ ਜਾ ਰਿਹਾ ਹੈ। ਅੱਗੇ ਹੈ ਛੁੱਟ ਮਰੋੜੀ। ਜਦੋਂ ਭਾਸ਼ਾ ਨੂੰ
ਲਿਖਿਤ ਰੂਪ ਦਿੰਦੇ ਸਮੇਂ ਕੋਈ ਅੱਖਰ ਛੱਡਿਆ ਜਾਵੇ ਤਾਂ ਉਸ ਦੀ ਥਾਂ ਛੁੱਟ ਮਰੋੜੀ ਪਾਈ ਜਾਂਦੀ ਹੈ। ਜਿਵੇਂ ਵਿੱਚ ਦੀ ਜਗ੍ਹਾ ਅਸੀਂ ਚ ਲਿਖ ਕੇ ਛੁੱਟ ਮਰੋੜੀ ਪਾਈ, ਜਾਂ ਉੱਤੇ ਦੀ ਜਗ੍ਹਾ ਤੇ ਲਿਖ ਕੇ ਇੱਥੇ ਛੁੱਟ ਮਰੋੜੀ। ਬਣਤਰ ਵਜੋਂ ਇਹ ਵਿਸਰਾਮ ਚਿੰਨ੍ਹ ਕਾਮੇ ਵਾਂਗ ਹੀ ਹੈ, ਇਹ ਕਾਮੇ ਦੀ ਤਰ੍ਹਾਂ ਹੀ ਹੈ, ਇਸ ਦਾ ਸਰੂਪ ਉਹੀ ਹੈ। ਫਰਕ ਸਿਰਫ ਇੰਨਾ ਹੀ ਹੈ ਕਿ ਕਾਮਾ ਅੱਖਰ ਦੇ ਹੇਠਾਂ ਲੱਗਦਾ ਹੈ ਤੇ ਛੁੱਟ ਮਰੋੜੀ ਉੱਪਰਲੇ ਪਾਸੇ। ਜਿਵੇਂ ਸਾਡੀ ਰਿਹਾਇਸ਼ ਖੇਤਾਂ 'ਚ ਹੀ ਹੈ, ਸੋ ਇਹ ਹੈ ਕਾਮੇ ਦੀ ਤਰ੍ਹਾਂ। ਕਾਮਾ ਜੇ ਹੁੰਦਾ ਤਾਂ ਇੱਥੇ ਥੱਲੇ ਲੱਗਦਾ, ਇਹ ਉੱਪਰ ਲੱਗਦਾ ਹੈ। ਉਹ ਹਮੇਸ਼ਾ ਮੱਥੇ 'ਤੇ ਵੱਟ ਪਾਈ ਰੱਖਦਾ ਹੈ, ਸੋ ਇਹ ਛੁੱਟ ਮਰੋੜੀ ਵਿਸਰਾਮ ਚਿੰਨ੍ਹ ਇੱਥੇ ਲੱਗ ਗਿਆ। ਅੱਗੇ ਬਿੰਦੀ। ਪੰਜਾਬੀ ਵਿੱਚ ਇਸ ਵਿਸਰਾਮ ਚਿੰਨ੍ਹ ਦੀ ਵਰਤੋਂ ਜ਼ਿਆਦਾ ਨਹੀਂ ਹੁੰਦੀ। ਇਸ ਦੀ ਵਰਤੋਂ ਅੰਕਾਂ ਦੇ ਪਿੱਛੇ ਡਿਗਰੀਆਂ ਦੇ ਰੂਪ ਨੂੰ ਸੰਖੇਪ ਕਰਕੇ ਲਿਖਣ ਲਈ ਜਾਂ ਖਿਤਾਬਾਂ ਨੂੰ ਸੰਖੇਪ ਰੂਪ ਵਿੱਚ ਲਿਖਣ ਲਈ ਕੀਤੀ ਜਾਂਦੀ ਹੈ। ਘੱਟ ਹੁੰਦੀ ਹੈ, ਬਟ ਡਿਗਰੀਆਂ ਨੂੰ ਲਿਖਣ ਲਈ ਅੰਕਾਂ ਦੇ ਪਿੱਛੇ ਜਾਂ ਖਿਤਾਬਾਂ ਨੂੰ ਸੰਖੇਪ ਕਰਕੇ ਲਿਖਣ ਲਈ। ਜਿਵੇਂ MBBS, ਇੱਥੇ ਅਸੀਂ ਬਿੰਦੀ ਲਗਾਈ, ਫਿਰ ਡਿਗਰੀ ਆ ਗਈ MA, IAS ਖਿਤਾਬ ਆ ਗਿਆ, ਜਾਂ ਅੱਗੇ ਫਿਰ ਅੰਕ ਆ ਗਏ, 1 ਫਿਰ ਬਿੰਦੀ 2 ਫਿਰ ਬਿੰਦੀ 3 ਬਿੰਦੀ 4 ਫਿਰ ਬਿੰਦੀ। ਸੋ ਇਹ ਵਿਸਰਾਮ ਚਿੰਨ੍ਹਾਂ ਬਾਰੇ ਸੰਖੇਪ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ, ਪਰ ਪੂਰਾ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਹੁਣ ਅਸੀਂ ਥੋੜ੍ਹਾ ਜਿਹਾ ਅਭਿਆਸ ਵੱਲ ਵੱਧਦੇ ਹਾਂ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਪੁਸਤਿਕਾ ਵਿੱਚ ਲਿਖੋ। ਸੋ ਇਹਨਾਂ ਦੇ ਉੱਤਰ ਤੁਸੀਂ ਆਪਣੀ ਕਾਪੀਆਂ ਦੇ ਵਿੱਚ ਲਿਖਣੇ ਹਨ। ਕਾਪੀਆਂ ਦੇ ਵਿੱਚ ਤਾਂ ਜੋ ਪਿੱਛੇ ਵੀਡੀਓ ਦੇ ਵਿੱਚ ਵਿਸਥਾਰ ਆਇਆ ਹੈ, ਉਹ ਸਾਰਾ ਹੀ ਤੁਸੀਂ ਵੀਡੀਓ ਨੂੰ ਰੋਕ ਕੇ ਆਪਣੀ ਕਾਪੀਆਂ ਦੇ ਵਿੱਚ ਨੋਟ ਕਰਨਾ ਹੈ। ਪਹਿਲਾ ਪ੍ਰਸ਼ਨ ਹੈ, ਵਿਸਰਾਮ ਚਿੰਨ੍ਹ ਕਿਸ ਨੂੰ ਆਖਦੇ ਹਨ? ਦੂਸਰਾ ਹੈ, ਵਿਸਰਾਮ ਚਿੰਨ੍ਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਤੀਸਰਾ ਪ੍ਰਸ਼ਨ, ਵਿਸਰਾਮ ਚਿੰਨ੍ਹਾਂ ਦੀਆਂ ਕਿਸਮਾਂ ਦੀ ਉਦਾਹਰਨਾਂ ਸਾਹਿਤ ਵਿਆਖਿਆ ਕਰੋ। ਸੋ ਇਹਨਾਂ ਤਿੰਨਾਂ ਦੇ ਪ੍ਰਸ਼ਨ ਤੁਸੀਂ ਇਸ ਵੀਡੀਓ ਵਿੱਚੋਂ ਲੱਭ ਕੇ ਆਪਣੀ ਕਾਪੀਆਂ ਵਿੱਚ ਲਿਖਣੇ ਹਨ। ਹੁਣ ਅੱਗੇ ਹੇਠ ਲਿਖੇ ਪੈਰੇ ਨੂੰ ਵਿਸਰਾਮ ਚਿੰਨ੍ਹ ਲਗਾ ਕੇ ਲਿਖੋ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਪਹਿਲਾਂ ਮੈਂ ਇਹਨੂੰ ਬਿਲਕੁਲ ਸਧਾਰਨ ਢੰਗ ਨਾਲ ਪੜ੍ਹਦਾ ਹਾਂ, ਕਿਉਂਕਿ ਕੋਈ ਵੀ ਵਿਸਰਾਮ ਚਿੰਨ੍ਹ ਨਹੀਂ ਹੈ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਅਧਿਆਪਕ ਨੇ ਮੁੰਡਿਆਂ ਨੂੰ ਕਿਹਾ। ਪੰਜਾਬ ਦੀ ਵੰਡ ਤੋਂ ਪਹਿਲਾਂ ਸਾਡੀ ਰਾਜਧਾਨੀ ਕਿਹੜੀ ਸੀ? ਸਿਮਰਨ ਨੇ ਅਧਿਆਪਕ ਕੋਲੋਂ ਪੁੱਛਿਆ। ਲਾਹੌਰ, ਧਰਤੀ ਦਾ ਬਹਿਸ਼ਤ, ਅਧਿਆਪਕ ਨੇ ਦੱਸਿਆ। ਅੱਛਾ ਜੀ, ਸੁਨੀਤਾ ਨੇ ਕਿਹਾ। ਸੋ ਹੁਣ ਜਦੋਂ ਅਸੀਂ ਇਸ ਢੰਗ ਨਾਲ ਪੜ੍ਹਦੇ ਹਾਂ ਤਾਂ ਕਿਤੇ ਵੀ ਸਮਝ ਨਹੀਂ ਆ ਰਿਹਾ ਕਿ ਕਿੱਥੇ ਰੁਕਣਾ ਹੈ ਜਾਂ ਲਹਿਜ਼ਾ ਕੀ ਹੈ। ਵਿਸਰਾਮ ਚਿੰਨ੍ਹ ਲਗਾਉਣ ਤੋਂ ਪਹਿਲਾਂ ਜਦੋਂ ਤੁਹਾਨੂੰ ਕੋਈ ਪੈਰਾ ਇਸ ਤਰ੍ਹਾਂ ਦਾ ਦਿੱਤਾ ਗਿਆ ਹੈ ਤਾਂ ਤੁਸੀਂ ਉਸ ਨੂੰ ਬਹੁਤ ਧਿਆਨ ਨਾਲ ਪੜ੍ਹਨਾ ਹੈ ਅਤੇ ਉਸ ਦਾ ਲਹਿਜ਼ਾ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਕਿਸ ਤਰ੍ਹਾਂ ਹੈ। ਆਓ ਵੇਖਦੇ ਹਾਂ ਅੱਗੇ ਕਿ ਜੇ ਵਿਸਰਾਮ ਚਿੰਨ੍ਹ ਅਸੀਂ ਲਗਾਉਂਦੇ ਹਾਂ ਤਾਂ ਕਿਸ ਤਰ੍ਹਾਂ ਲਗਾਵਾਂਗੇ। ਸਭ ਤੋਂ ਮਹੱਤਵਪੂਰਨ ਜੋ ਚੀਜ਼ ਹੈ, ਇੱਕ ਹੋਰ ਜੋ ਮੈਂ ਤੁਹਾਨੂੰ ਦੱਸ ਰਿਹਾ, ਕਿ ਸਭ ਤੋਂ ਪਹਿਲਾਂ ਤੁਸੀਂ ਇਹ ਸਮਝਣਾ ਹੈ ਕਿ ਇਸ ਦੇ ਵਿੱਚ ਵਾਕ ਜਾਂ ਉਪਵਾਕ ਕਿਹੜੇ ਹਨ, ਫਿਰ ਸੰਵਾਦ ਕਿਹੜੇ ਹਨ, ਕਿਤੇ ਕੋਈ ਵਿਸਮਿਕ ਤਾਂ ਨਹੀਂ ਆ ਰਿਹਾ, ਕੋਈ ਪ੍ਰਸ਼ਨਵਾਚਕ ਕਿੱਥੇ ਆ ਰਿਹਾ। ਇਹ ਸਾਰਾ ਕੁਝ ਤੁਹਾਨੂੰ ਪੈਰੇ ਨੂੰ ਪੜ੍ਹ ਕੇ ਸਮਝਣਾ ਪਵੇਗਾ। ਹੁਣ ਪਹਿਲਾ ਜੋ ਵਾਕ ਹੈ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਅਧਿਆਪਕ ਨੇ ਮੁੰਡਿਆਂ ਨੂੰ ਕਿਹਾ। ਕਿਉਂਕਿ ਅਧਿਆਪਕ ਨੇ ਕਿਹਾ, ਇਹ ਸੰਵਾਦ ਹੈ, ਸੋ ਇਹ ਪੁੱਠੇ ਕਾਮਿਆਂ, ਦੋਹਰੇ ਪੁੱਠੇ ਕਾਮਿਆਂ ਦੇ ਵਿੱਚ ਆ ਗਿਆ। ਉਸ ਤੋਂ ਬਾਅਦ ਕੌਮਾ, ਅਧਿਆਪਕ ਨੇ ਮੁੰਡਿਆਂ ਨੂੰ ਕਿਹਾ। ਇੱਥੇ ਇੱਕ ਵਾਕ ਪੂਰਾ ਹੋ ਗਿਆ। ਹੁਣ ਅਗਲੀ ਜੋ ਗੱਲ ਹੈ, ਪੰਜਾਬ ਦੀ ਵੰਡ ਤੋਂ ਪਹਿਲਾਂ ਸਾਡੀ ਰਾਜਧਾਨੀ ਕਿਹੜੀ ਸੀ?
ਸਿਮਰਨ ਨੇ ਅਧਿਆਪਕ ਕੋਲੋਂ ਪੁੱਛਿਆ। ਇਸ ਨੂੰ ਮੈਂ ਤੋੜ ਕੇ ਲਿਖ ਰਿਹਾ ਹਾਂ ਪਹਿਲਾਂ, ਫਿਰ ਅੱਗੇ ਇਹਨੂੰ ਪੂਰੇ ਰੂਪ ਦੇ ਵਿੱਚ ਵੀ ਵੇਖਾਂਗੇ। ਸਿਮਰਨ ਨੇ ਅਧਿਆਪਕ ਕੋਲੋਂ ਇੱਕ ਪ੍ਰਸ਼ਨ ਪੁੱਛਿਆ ਹੈ ਕਿ ਪੰਜਾਬ ਦੀ ਵੰਡ ਤੋਂ ਪਹਿਲਾਂ ਸਾਡੀ ਰਾਜਧਾਨੀ ਕਿਹੜੀ ਸੀ। ਇੱਥੇ ਪ੍ਰਸ਼ਨਵਾਚਕ ਚਿੰਨ੍ਹ ਲੱਗ ਗਿਆ। ਇਹ ਸੰਵਾਦ ਹੈ। ਪ੍ਰਸ਼ਨ ਜੋ ਹੈ ਪੁੱਛਿਆ ਗਿਆ, ਹੂ ਬਹੂ ਇੱਥੇ ਲਿਖਿਆ ਗਿਆ ਹੈ। ਇੱਥੇ ਡੰਡੀ ਆ ਗਈ। ਸਾਰੇ ਵਿਸਮਿਕ ਚਿੰਨ੍ਹ ਲਾਲ ਰੰਗ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ। ਅੱਗੇ ਹੈ ਲਾਹੌਰ, ਧਰਤੀ ਦਾ ਵਹਿਸ਼ਤ। ਇਸ ਨੂੰ ਦੁਬਾਰਾ ਇੱਕ ਵਾਰ ਦੇਖੋ, ਇਸ ਰੂਪ ਦੇ ਵਿੱਚ ਇਹ ਆਇਆ ਹੈ ਬੈਰਿਆਂ ਦੇ ਵਿੱਚ। ਇਹ ਸੰਪੂਰਨ ਇਸ ਤਰ੍ਹਾਂ ਆਏਗਾ। ਵਿੱਚ ਥੋੜਾ ਤੁਹਾਨੂੰ ਸੈੱਟ ਕਰਕੇ ਵਿਖਾਇਆ ਹੈ। ਹੁਣ ਅਗਲਾ ਪੈਰਾ ਕਿ ਉਸ ਨੂੰ ਵਿਸਰਾਮ ਚਿੰਨ੍ਹ ਲਗਾ ਕੇ ਕਿਸ ਤਰ੍ਹਾਂ ਲਿਖਣਾ ਹੈ। ਇਹ ਤੁਹਾਡੇ ਅਭਿਆਸ ਲਈ ਹੈ। ਇਸ ਨੂੰ ਕਾਪੀਆਂ ਦੇ ਵਿੱਚ ਨੋਟ ਕਰਕੇ ਤੁਸੀਂ ਵਿਸਰਾਮ ਚਿੰਨ੍ਹ ਲਗਾਉਣੇ ਹਨ। ਸਿੱਧੂ ਸਾਹਿਬ ਨੇ ਬਹੁਤ ਤਰੱਕੀ ਕੀਤੀ। ਪਹਿਲਾਂ ਪਿੰਡ ਦੇ ਸਰਪੰਚ ਬਣੇ, ਫਿਰ MLA, ਫਿਰ MP ਤੇ ਕੇਂਦਰ ਸਰਕਾਰ 'ਚ ਮੰਤਰੀ। ਪੜ੍ਹਾਈ ਦੇ ਖੇਤਰ ਵਿੱਚ ਵੀ ਉਹਨਾਂ ਬਹੁਤ ਮੱਲਾਂ ਮਾਰੀਆਂ। BA, MA, B.Ed ਤੇ ਫਿਰ PhD। ਉਹ ਕੁਝ ਸਮਾਂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵੀ ਰਹੇ। ਸੋ ਉਸ ਪੈਰੇ ਨੂੰ ਤੁਸੀਂ ਇਸ ਨੂੰ ਵਿਸਰਾਮ ਚਿੰਨ੍ਹ ਲਗਾ ਕੇ ਆਪਣੀ ਕਾਪੀਆਂ ਵਿੱਚ ਲਿਖਣਾ ਹੈ। ਹੁਣ ਅਭਿਆਸ ਲਈ ਹੋਰ ਹੈ ਅੱਗੇ। ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ, ਸਦਾ ਸੱਚ ਬੋਲੋ, ਹਮੇਸ਼ਾ ਇਮਾਨਦਾਰ ਰਹੋ। ਅਜੋਕੇ ਸਮੇਂ ਵਿੱਚ ਹੇਠ ਲਿਖੇ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ ਚਾਹੀਦਾ, ਜਿਵੇਂ ਬਿੱਲੀ ਦਾ ਰੋਣਾ, ਕਾਲੀ ਬਿੱਲੀ ਦਾ ਰਸਤਾ ਕੱਟਣਾ, ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ। ਸੋ ਇਹ ਜੋ ਹਨ ਇਹ ਤੁਹਾਡੇ ਅਭਿਆਸ ਲਈ ਹਨ। ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹ ਕੇ ਸਮਝਣਾ ਹੈ ਅਤੇ ਵਿਸਰਾਮ ਚਿੰਨ੍ਹ ਲਗਾ ਕੇ ਕਾਪੀਆਂ ਵਿੱਚ ਲਿਖਣੇ ਹਨ। ਜਿੱਥੇ ਕੋਈ ਸਮਝ ਨਹੀਂ ਆ ਰਿਹਾ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਲਿਖ ਦੇਣਾ ਹੈ, ਤੁਹਾਨੂੰ ਉਸ ਦਾ ਉੱਤਰ ਮਿਲ ਜਾਏਗਾ। ਬਹੁਤ ਬਹੁਤ ਧੰਨਵਾਦ।